हेलो स्टूडेंट्स, मैं राकेश डल्ला, इंस्ट्रक्टर गवर्नमेंट आईटी मोहाली। सब्जेक्ट इंप्लॉयबिलिटी स्किल्स ਦਾ ਚੈਪਟਰ ਕੁਆਲਿਟੀ ਮੈਨੇਜਮੈਂਟ। ਉਹਦੇ 'ਚ ਅਸੀਂ ਟੌਪਿਕ ਡਿਸਕਸ ਕਰਦੇ ਪਏ ਸੀ ਕੁਆਲਿਟੀ ਪੈਰਾਮੀਟਰਸ। ਕੁਆਲਿਟੀ ਪੈਰਾਮੀਟਰਸ ਕਿਹੜੇ-ਕਿਹੜੇ ਹੁੰਦੇ ਨੇ ਅਸੀਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਉਹਦੇ ਵਿੱਚੋਂ ਕੁਆਲਿਟੀ ਸਰਕਲਸ ਅਸੀਂ ਡਿਸਕਸ ਕਰ ਲਿਆ ਸੀਗਾ। ਟੋਟਲ ਪ੍ਰੋਡਕਟਿਵ ਮੇਨਟੇਨੈਂਸ ਅਸੀਂ ਡਿਸਕਸ ਕਰਦੇ ਪਏ ਸੀਗੇ। ਕੰਸੈਪਟ ਕੀ ਆ ਟੋਟਲ ਪ੍ਰੋਡਕਟਿਵ ਮੇਨਟੇਨੈਂਸ ਦਾ ਅਸੀਂ ਡਿਸਕਸ ਕਰ ਚੁੱਕੇ ਹਾਂ ਕਿ ਇਹਦੇ ਵਿੱਚ ਅਸੀਂ ਆਪਰੇਟਰ ਦੇ ਵਿੱਚ ਮਸ਼ੀਨ ਦੀ ਓਨਰਸ਼ਿਪ ਲੈ ਕੇ ਆਣੀ ਹੁੰਦੀ ਆ ਕਿ ਆਪਰੇਟਰ ਇਹ ਸਮਝਣਾ ਸ਼ੁਰੂ ਹੋ ਜਾਏ ਕਿ ਇਹ ਮੇਰੀ ਆਪਣੀ ਮਸ਼ੀਨ ਆ ਔਰ ਉਹਦੇ ਵਿੱਚ ਜਿਹੜੀਆਂ ਛੋਟੀਆਂ-ਛੋਟੀਆਂ ਮੇਨਟੇਨੈਂਸਿਸ ਹੈਗੀਆਂ ਨੇ, ਜਿਵੇਂ ਉਹਦੀ ਲੁਬਰੀਕੇਸ਼ਨ ਹੋ ਗਈ, ਕਲੀਨਿੰਗ ਹੋ ਗਈ, ਟਾਈਟਨਿੰਗ ਹੋ ਗਈ, ਇਹ ਆਪਰੇਟਰ ਆਪ ਕਰੇ ਔਰ ਉਹਦੇ ਵਿੱਚ ਓਨਰਸ਼ਿਪ ਆਵੇ ਮਸ਼ੀਨ ਦੀ। ਇਹ ਦਾ ਕੰਸੈਪਟ ਸੀਗਾ। ਆਬਜੈਕਟਿਵ ਅਸੀਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ। TPM ਦੇ ਗੋਲ ਅਸੀਂ ਅੱਜ ਡਿਟੇਲ 'ਚ ਡਿਸਕਸ ਕਰਨੇ ਨੇ। ਗੋਲ ਕੀ ਹੈ TPM ਦਾ? TPM ਦਾ ਗੋਲ ਆ ਕਿ ਜਿਹੜਾ ਇਕਵਿਪਮੈਂਟ, ਜਿਹੜੀ ਮਸ਼ੀਨਰੀ ਆਪਰੇਟਰ ਚਲਾਉਂਦਾ ਪਿਆ, ਉਹਦੀ ਇਫੈਕਟਿਵਨੈਸ ਨੂੰ ਇਨਕਰੀਜ਼ ਕਰਨਾ। ਕਿਵੇਂ ਇਨਕਰੀਜ਼ ਹੋਏਗੀ ਇਫੈਕਟਿਵਨੈਸ? ਜਿਹੜੇ ਮਸ਼ੀਨ ਦੇ ਵਿੱਚ ਲਾਸਿਸ ਹੈਗੇ ਨੇ ਉਹਨਾਂ ਨੂੰ ਰਿਡਿਊਸ ਕਰਕੇ। ਸੋ ਗੋਲ ਕੀ ਬਣ ਗਿਆ? ਇਕਵਿਪਮੈਂਟ ਦੀ ਇਫੈਕਟਿਵਨੈਸ ਨੂੰ ਇਨਕਰੀਜ਼ ਕਰਨਾ, ਬਿਗ ਲਾਸਿਸ ਨੂੰ ਰਿਡਿਊਸ ਕਰਕੇ। ਹੁਣ ਉਹ ਬਿਗ ਲਾਸਿਸ ਕਿਹੜੇ, ਪਹਿਲਾਂ ਉਹ ਸਟੱਡੀ ਕਰੀਏ। ਸਭ ਤੋਂ ਪਹਿਲਾਂ ਡਾਊਨ ਟਾਈਮ ਲਾਸਿਸ। ਡਾਊਨ ਟਾਈਮ ਲਾਸਿਸ ਦੇ ਵਿੱਚ ਕਿਹੜੇ-ਕਿਹੜੇ ਆਉਂਦੇ ਨੇ? ਬ੍ਰੇਕਡਾਊਨ ਹੋ ਗਈਆਂ, ਸੈਟਅਪ ਐਂਡ ਐਡਜਸਟਮੈਂਟਸ ਹੋ ਗਈਆਂ। ਹੁਣ ਮਸ਼ੀਨ ਚੱਲਦੀ ਪਈ ਹੈ, ਚਲਦੀ ਕਿਸੇ ਤਰ੍ਹਾਂ ਦੀ ਉਹਦੇ ਵਿੱਚ ਰੁਕਾਵਟ ਆ ਗਈ, ਮਸ਼ੀਨ ਦੇ ਕੋਈ ਨਟ ਬੋਲਟ ਲੂਜ਼ ਹੋ ਗਏ ਜਾਂ ਲਿੰਕੇजेस ਲੂਜ਼ ਹੋ ਗਈਆਂ, ਉਹਦੀ ਬ੍ਰੇਕਡਾਊਨ ਆ ਗਈ, ਚਲਦੀ ਮਸ਼ੀਨ ਰੁਕ ਗਈ। ਜਾਂ ਮਸ਼ੀਨ ਦੇ ਵਿੱਚ ਸੈਟਅਪ ਟਾਈਮ ਆ, ਜਿਵੇਂ ਉਹਦੇ 'ਚ ਮਸ਼ੀਨ ਚੱਲਣ ਤੋਂ ਪਹਿਲਾਂ ਆਪਾਂ ਉਹਦੀਆਂ ਡਾਈਆਂ ਸੈੱਟ ਕਰਨੀਆਂ, ਜਿਗਸ ਐਂਡ ਫਿਕਸਚਰ ਸੈੱਟ ਕਰਨੇ, ਕੋਈ ਐਡਜਸਟਮੈਂਟ ਲਈ ਸੈਂਸਰ ਸੈੱਟ ਕਰਨੇ ਆ, ਲੈਂਥ ਸੈੱਟ ਕਰਨ ਲਈ ਕੋਈ ਸੈਂਸਰ ਸੈੱਟ ਕਰਨਾ ਆ, ਤਾਂ ਕੋਈ ਸਟਾਪਰ ਲਗਾਣੇ ਆ ਉਹਦੇ ਵਿੱਚ। ਇਹ ਸਾਰੇ ਸੈਟਅਪ ਟਾਈਮ ਹੋ ਗਏ। ਸਪੀਡ ਲਾਸਿਸ, ਆਈਡਲਿੰਗ ਐਂਡ ਮਾਈਨਰ ਸਟਾਪੇजेस। ਹੁਣ ਆਈਡਲਿੰਗ ਐਂਡ ਮਾਈਨਰ ਕੀ ਹੈਗੇ? ਇੱਕ ਪ੍ਰੋਸੈਸ ਤੋਂ ਬਾਅਦ ਦੂਸਰੀ ਪ੍ਰੋਸੈਸ ਦੇ ਵਿੱਚ ਜਿਹੜਾ ਗੈਪ ਹੈਗਾ, ਆਈਡਲ ਟਾਈਮ ਮਸ਼ੀਨ ਦਾ ਚੱਲਦਾ ਆ, ਜਾਂ ਮਸ਼ੀਨ ਆਪਰੇਟਰ ਨੇ ਚਲਦੀ ਛੱਡ ਦਿੱਤੀ, ਉਹਦੇ ਤੇ ਪ੍ਰੋਡਕਸ਼ਨ ਨਹੀਂ ਕਰਦਾ ਪਿਆ, 5 ਮਿੰਟ ਲਈ, 2 ਮਿੰਟ ਲਈ, 4 ਮਿੰਟ ਲਈ ਉਹ ਖੜਾ ਹੋ ਗਿਆ, ਉਹ ਵੀ ਆਈਡਲਿੰਗ ਟਾਈਮ ਹੈਗਾ। ਮਾਈਨਰ ਸਟਾਪੇजेस, ਛੋਟੇ ਜਿਹੜੀਆਂ ਬ੍ਰੇਕਡਾਊਨਸ ਆ ਗਈਆਂ, ਉਹ ਵੀ ਸਟਾਪੇजेस ਹੋ ਗਈਆਂ। ਰਿਡਿਊਸਡ ਸਪੀਡ ਐਕਚੁਅਲ ਮਸ਼ੀਨ ਦੀ ਸਪੀਡ ਕੋਈ ਹੋਰ ਹੈਗੀ ਆ, ਪਰ ਆਪਰੇਟਰ ਉਹਨੂੰ ਰਿਡਿਊਸ ਸਪੀਡ ਦੇ ਉੱਤੇ ਚਲਾਉਂਦਾ ਪਿਆ, ਫੁੱਲ ਐਫੀਸ਼ੀਐਂਸੀ ਤੇ ਮਸ਼ੀਨ ਨੂੰ ਨਹੀਂ ਚਲਾਉਂਦਾ ਪਿਆ, ਉਹ ਵੀ ਇੱਕ ਲਾਸ ਟਾਈਮ ਹੋ ਗਿਆ। ਡਿਫੈਕਟ ਲਾਸਿਸ, ਡਿਫੈਕਟ ਇਨ ਪ੍ਰੋਸੈਸ ਐਂਡ ਰੀਵਰਕ। ਹੁਣ ਕਿਸੇ ਪ੍ਰੋਸੈਸ ਦੇ ਵਿੱਚ ਕੋਈ ਕੰਪੋਨੈਂਟ ਬਣਾਉਣ ਨੂੰ ਜਿਹੜਾ ਪ੍ਰੋਸੈਸ ਹੈਗਾ, ਉਹਦੇ ਵਿੱਚ ਹੀ ਕੋਈ ਪ੍ਰੋਸੈਸ 'ਚ ਡਿਫੈਕਟ ਹੈਗਾ, ਜਿਹਦੇ ਕਰਕੇ ਕੰਪੋਨੈਂਟ ਖਰਾਬ ਤਿਆਰ ਹੋ ਰਿਹਾ, ਜਾਂ ਅਸੀਂ ਕੰਪੋਨੈਂਟ ਖਰਾਬ ਤਿਆਰ ਕਰ ਦਿੱਤਾ, ਜਿਹੜਾ ਠੀਕ ਨਹੀਂ ਹੈਗਾ, ਉਹਨੂੰ ਰੀਵਰਕ ਕਰਨਾ ਪੈ ਗਿਆ, ਇਹ ਵੀ ਲਾਸ ਹੈਗਾ। ਰਿਡਿਊਸਡ ਯੀਲਡ ਬਿਟਵੀਨ ਮਸ਼ੀਨ ਸਟਾਰਟਅਪ ਐਂਡ ਸਟੇਬਲ ਪ੍ਰੋਡਕਸ਼ਨ। ਹੁਣ ਇਹ ਕੀ ਪੁਆਇੰਟ ਹੈਗਾ? ਮਸ਼ੀਨ ਨੂੰ ਜਦੋਂ ਕੋਈ ਆਪਰੇਟਰ ਸਟਾਰਟ ਕਰਦਾ ਆ ਤੇ ਪਹਿਲਾਂ ਜਿਹੜੇ 2-4 ਕੰਪੋਨੈਂਟ ਆ ਉਹ ਕੱਢ ਕੇ ਬਾਰ-ਬਾਰ ਉਹਨੂੰ ਚੈੱਕ ਕਰਦਾ ਕਿ ਇਹਦਾ ਸਾਈਜ਼ ਠੀਕ ਬਣਦਾ ਪਿਆ, ਮੈਜਰਮੈਂਟਸ ਸਾਰੀਆਂ ਠੀਕ ਨੇ, ਇਹਦੀ ਕੁਆਲਿਟੀ ਠੀਕ ਆ, ਜੋ ਕਸਟਮਰ ਨੂੰ ਚਾਹੀਦੀ ਉਹਦੇ ਹਿਸਾਬ ਨਾਲ ਤਿਆਰ ਹੋ ਸਕਦਾ, ਰਿਕੁਆਇਰਮੈਂਟ ਦੇ ਹਿਸਾਬ ਨਾਲ ਤਿਆਰ ਹੁੰਦਾ ਪਿਆ ਕਿ ਨਹੀਂ ਹੁੰਦਾ ਪਿਆ। ਪਹਿਲਾਂ ਉਹ ਆਪਰੇਟਰ ਉਹਨੂੰ ਚੈੱਕ ਕਰੇਗਾ, ਚੈੱਕ ਕਰਨ ਤੋਂ ਬਾਅਦ 1-2 ਪੀਸ ਕੱਢਣ ਤੋਂ ਬਾਅਦ ਉਹ ਸਟੇਬਲ ਪ੍ਰੋਡਕਸ਼ਨ ਤੇ ਉਹਨੂੰ ਲੈ ਕੇ ਜਾਏਗਾ। ਇਹ ਜਿਹੜਾ ਵਿੱਚ ਗੈਪ ਹੈਗਾ ਆ ਮਸ਼ੀਨ ਸਟਾਰਟਅਪ ਟਾਈਮ ਦੇ ਵਿੱਚ ਔਰ ਸਟੇਬਲ ਪ੍ਰੋਡਕਸ਼ਨ ਦੇ ਵਿੱਚ, ਇਹਨੂੰ ਵੀ ਰਿਡਿਊਸ ਕਰਨਾ ਬਹੁਤ ਜ਼ਰੂਰੀ ਆ, ਇਹ ਵੀ ਇੱਕ ਵੱਡਾ ਲਾਸ ਟਾਈਮ ਹੈਗਾ। ਹੁਣ ਅਸੀਂ ਪੜ੍ਹਨਾ ਹੈ ਟਾਈਪਸ ਆਫ ਮੇਨਟੇਨੈਂਸਿਸ। ਟੋਟਲ ਪ੍ਰੋਡਕਟਿਵ ਮੇਨਟੇਨੈਂਸ ਦੇ ਵਿੱਚ ਕਿਸੇ ਵੀ ਇੰਡਸਟਰੀ 'ਚ ਜਦੋਂ ਅਸੀਂ ਕੰਮ ਕਰਦੇ ਹਾਂ ਤੇ ਉੱਥੇ ਅਲੱਗ-ਅਲੱਗ ਤਰ੍ਹਾਂ ਦੀਆਂ ਮੇਨਟੇਨੈਂਸ ਜਿਹੜੀਆਂ ਆ ਉਹ ਕੀਤੀਆਂ ਜਾਂਦੀਆਂ ਮੇਨਟੇਨੈਂਸ ਡਿਪਾਰਟਮੈਂਟ ਦੁਆਰਾ। ਉਹ ਮੇਨਟੇਨੈਂਸ ਕਿਹੜੀਆਂ ਹੈਗੀਆਂ ਉਹ ਅਸੀਂ ਡਿਸਕਸ ਕਰਨ ਲੱਗੇ ਹਾਂ। ਸਭ ਤੋਂ ਪਹਿਲਾਂ ਤਾਂ ਕਰੈਕਟਿਵ ਔਰ ਬ੍ਰੇਕਡਾਊਨ ਮੇਨਟੇਨੈਂਸ। ਹੁਣ ਕਰੈਕਟਿਵ ਔਰ ਬ੍ਰੇਕਡਾਊਨ ਮੇਨਟੇਨੈਂਸ ਕੀ ਹੈਗੀ ਆ? ਮਸ਼ੀਨ ਦੇ ਉੱਤੇ ਉਦੋਂ ਕੰਮ ਕਰਨਾ ਜਦੋਂ ਚਲਦੀ ਦੇ ਵਿੱਚ ਉਹ ਮਸ਼ੀਨ ਰੁਕ ਗਈ ਜਾਂ ਕੋਈ ਉਹਦੇ 'ਚ ਫੇਲੀਅਰ ਆ ਗਿਆ। ਜਦੋਂ ਚੱਲਦੀ ਹੋਈ ਮਸ਼ੀਨ ਰੁਕ ਗਈ, ਉਹਦੇ ਤੇ ਜਲਦੀ ਤੋਂ ਜਲਦੀ ਜਿਹੜਾ ਆ ਉਹ ਮਸ਼ੀਨ ਨੂੰ ਠੀਕ ਕਰਕੇ ਦੁਬਾਰਾ ਚਲਾਇਆ ਜਾਵੇ। ਇਹ ਜਿਹੜੀ ਹੈਗੀ ਆ ਕਰੈਕਟਿਵ ਐਂਡ ਬ੍ਰੇਕਡਾਊਨ ਮੇਨਟੇਨੈਂਸ, ਇਹ ਕੋਈ ਪਲਾਨਡ ਮੇਨਟੇਨੈਂਸ ਨਹੀਂ ਹੈਗੀ, ਕੋਈ ਸ਼ਡਿਊਲਡ ਮੇਨਟੇਨੈਂਸ ਨਹੀਂ ਹੈਗੀ ਆ। ਆਲ ਆਫ ਸਡਨ ਆਈ ਹੋਈ ਜਿਹੜੀ ਮਸ਼ੀਨ ਬ੍ਰੇਕਡਾਊਨ ਨੇ ਉਹਨਾਂ ਨੂੰ ਠੀਕ ਕਰਨ ਨੂੰ ਆਪਾਂ ਕਰੈਕਟਿਵ ਮੇਨਟੇਨੈਂਸ ਕਹਿੰਦੇ ਆ। ਇੱਕ ਤਰ੍ਹਾਂ ਦੀ ਇਹ ਫਾਇਰ ਫਾਈਟਿੰਗ ਆ, ਵੀ ਜਦੋਂ ਮਸ਼ੀਨ ਖਰਾਬ ਹੋ ਗਈ ਉਦੋਂ ਇਮੀਡੀਏਟਲੀ ਆਪਾਂ ਚਲਦੀ ਹੋਈ ਠੀਕ ਕਰ ਦਿੱਤੀ।
ਸ਼ਡਿਊਲਡ ਔਰ ਰੂਟੀਨ ਮੇਨਟੇਨੈਂਸ। ਹੁਣ ਸ਼ਡਿਊਲਡ ਐਂਡ ਜਿਹੜੀ ਰੂਟੀਨ ਮੇਨਟੇਨੈਂਸ ਹੈ ਇਹ ਇੱਕ ਪਲੈਨਡ ਮੇਨਟੇਨੈਂਸ ਆ। ਅਸੀਂ ਦੇਖ ਲੈਂਦੇ ਹਾਂ ਕਿ ਉਹਦੇ ਚ ਬਾਰ-ਬਾਰ ਕਿਹੜੀਆਂ ਬ੍ਰੇਕਡਾਊਨਸ ਆ ਰਹੀਆਂ ਨੇ ਮਸ਼ੀਨ ਦੇ ਵਿੱਚ, ਉਹਨਾਂ ਨੂੰ ਆਪਾਂ ਠੀਕ ਕਿੱਦਾਂ ਕਰਨਾ। ਸ਼ਡਿਊਲਡ ਮੇਨਟੇਨੈਂਸ ਦੇ ਵਿੱਚ ਪੂਰਾ ਪਲਾਨ ਕਰਕੇ, ਜਿੱਦਾਂ ਅਸੀਂ ਵੀਕਲੀ ਮਸ਼ੀਨ ਨੂੰ ਡਾਊਨ ਲੈ ਕੇ ਜਿਹੜੀਆਂ ਹਫਤੇ ਦੇ ਵਿੱਚ ਉਹਦੀਆਂ ਰਿਪੀਟਡ ਬ੍ਰੇਕਡਾਊਨਸ ਆਈਆਂ ਹੁੰਦੀਆਂ ਉਹਨਾਂ ਦੇ ਉੱਤੇ ਅਸੀਂ ਕੰਮ ਕਰਦੇ ਹਾਂ, ਉਹਨਾਂ ਨੂੰ ਆਪਾਂ ਠੀਕ ਕਰਦੇ ਹਾਂ। ਮਾਈਨਰ ਮੇਨਟੇਨੈਂਸ ਜਿਹੜੀਆਂ ਹੈਗੀਆਂ, ਤਾਂ ਜੋ ਜਿਹੜੀ ਇਨ ਫਿਊਚਰ ਮਸ਼ੀਨ ਜਿਹੜੀ ਆ ਠੀਕ ਚੱਲਦੀ ਰਹੇ। ਹੁਣ ਸ਼ਡਿਊਲਡ ਐਂਡ ਰੂਟੀਨ ਮੇਨਟੇਨੈਂਸ ਦੇ ਵਿੱਚ ਕਿਹੜੀਆਂ ਗੱਲਾਂ ਇਨਕਲੂਡ ਹੁੰਦੀਆਂ ਨੇ? ਵਨ ਇਜ਼ ਪੀਰੀਓਡਿਕ ਇਨਸਪੈਕਸ਼ਨ, ਮਸ਼ੀਨ ਦੀ ਇਨਸਪੈਕਸ਼ਨ ਕਰਨੀ ਕਿ ਇਹਦੇ ਵਿੱਚ ਕਿਹੜੀਆਂ ਬ੍ਰੇਕਡਾਊਨਸ ਆਈਆਂ ਸੀ ਔਰ ਕਿਹੜੀਆਂ ਹੋ ਸਕਦਾ ਪੋਸੀਬਿਲਿਟੀ ਹੈਗੀ ਕਿ ਆਉਣ ਵਾਲੇ ਸਮੇਂ 'ਚ ਹੋ ਸਕਦੀਆਂ ਨੇ। ਮਸ਼ੀਨ ਦੀ ਕਲੀਨਿੰਗ ਹੋ ਗਈ, ਲੁਬਰੀਕੇਸ਼ਨ ਹੋ ਗਈ, ਓਵਰਆਲ ਆ ਗਿਆ, ਰਿਪੇਅਰ ਐਂਡ ਮੇਨਟੇਨੈਂਸ ਹੋ ਗਈ। ਇਹ ਸਾਰੀਆਂ ਇਨਕਲੂਡ ਹੁੰਦੀਆਂ ਨੇ ਸ਼ਡਿਊਲਡ ਐਂਡ ਰੂਟੀਨ ਮੇਨਟੇਨੈਂਸ ਦੇ ਵਿੱਚ। ਇਸ ਤੋਂ ਅੱਗੇ ਆ ਗਈ ਪ੍ਰੀਵੈਂਟਿਵ ਮੇਨਟੇਨੈਂਸ। ਹੁਣ ਪ੍ਰੀਵੈਂਟਿਵ ਮੇਨਟੇਨੈਂਸ ਕੀ ਆ? ਇਹ ਅਸੀਂ ਤਾਂ ਕਰਦੇ ਹਾਂ ਕਿ ਜਿਹੜੇ ਮਸ਼ੀਨ ਦੇ ਉੱਤੇ ਬਾਰ-ਬਾਰ ਫੇਲੀਅਰਸ ਆ ਰਹੇ ਆ, ਬਾਰ-ਬਾਰ ਜਿਹੜੀਆਂ ਬ੍ਰੇਕਡਾਊਨਸ ਆਉਂਦੀਆਂ, ਉਹਨਾਂ ਨੂੰ ਪਰਮਾਨੈਂਟਲੀ ਠੀਕ ਕੀਤਾ ਜਾਵੇ, ਰਿਜ਼ੋਲਵ ਕੀਤਾ ਜਾਵੇ। ਇਹ ਜਿਹੜੀ ਮੇਨਟੇਨੈਂਸ ਹੈਗੀ ਇੱਕ ਸ਼ਡਿਊਲਡ ਮੇਨਟੇਨੈਂਸ ਆ। ਅਸੀਂ ਵੀਕਲੀ, ਮੰਥਲੀ ਜਾਂ ਕੁਆਟਰਲੀ, ਹਾਫ ਈਅਰਲੀ ਮਸ਼ੀਨ ਨੂੰ ਪ੍ਰੀਵੈਂਟਿਵ ਮੇਨਟੇਨੈਂਸ ਦੇ ਲਈ ਡਾਊਨ ਲੈਣਾ ਹੁੰਦਾ ਹੈ। ਜੋ ਉਹਦੇ 'ਚ ਬ੍ਰੇਕਡਾਊਨਸ ਆ ਰਹੀਆਂ, ਜੋ ਉਹਦੇ 'ਚ ਮੋਡੀਫਿਕੇਸ਼ਨਸ ਕਰਨ ਵਾਲੀਆਂ, ਇਹਦੇ ਵਿੱਚ ਅਸੀਂ ਉਹ ਮਸ਼ੀਨ ਦੇ ਉੱਤੇ ਕੰਮ ਕਰਦੇ ਹਾਂ। ਪਹਿਲਾਂ ਹੀ ਪਲਾਨਿੰਗ ਦੇ ਹਿਸਾਬ ਨਾਲ ਮਸ਼ੀਨ ਨੂੰ ਡਾਊਨ ਲੈ ਕੇ ਉਹਦੇ 'ਚ ਜਿੰਨਾ ਟਾਈਮ ਲੱਗਣਾ ਆ ਉਹ ਪ੍ਰੋਡਕਸ਼ਨ ਡਿਪਾਰਟਮੈਂਟ ਨੂੰ ਦੱਸ ਕੇ ਮਸ਼ੀਨ ਠੀਕ ਕੀਤੀ ਜਾਂਦੀ ਹੈ। ਇਹਦੇ ਵਿੱਚ ਪੀਰੀਓਡਿਕ ਅਪਕੀਪ ਹੋ ਗਈ, ਮਸ਼ੀਨ ਦੀ ਓਵਰਹੌਲਿੰਗ ਹੋ ਗਈ, ਸਰਵਿਸਿੰਗ ਹੋ ਗਈ, ਤਾਂ ਜੋ ਉਹਦੀਆਂ ਜਿਹੜੀਆਂ ਬ੍ਰੇਕਡਾਊਨਸ ਆ ਉਹਨਾਂ ਨੂੰ ਪ੍ਰੀਵੈਂਟ ਕੀਤਾ ਜਾ ਸਕੇ। ਅੱਗੇ ਆ ਗਈ ਪ੍ਰੈਡਿਕਟਿਵ ਮੇਨਟੇਨੈਂਸ। ਜਿਹੜਾ ਪ੍ਰੈਡਿਕਟਿਵ ਮੇਨਟੇਨੈਂਸ ਹੈਗਾ, ਇਹ ਲੇਟੈਸਟ ਕੰਸੈਪਟ ਹੈਗਾ ਆ ਇੰਡਸਟਰੀ ਦੇ ਵਿੱਚ। ਪ੍ਰੈਡਿਕਟਿਵ ਮੇਨਟੇਨੈਂਸ ਦੇ ਵਿੱਚ ਕੀ ਕੀਤਾ ਜਾਂਦਾ? ਜਿਹੜੇ ਮਸ਼ੀਨ ਦੇ ਵਿੱਚ ਪਾਰਟਸ ਚੱਲਦੇ ਪਏ ਆ, ਕੰਪੋਨੈਂਟ ਜਿਹੜੇ ਅਲੱਗ-ਅਲੱਗ ਕੰਮ ਕਰਦੇ ਪਏ, ਉਹਨਾਂ ਦੀ ਲਾਈਫ ਦੀ ਪ੍ਰੈਡਿਕਸ਼ਨ ਕਰਨੀ। ਹੁਣ ਪ੍ਰੈਡਿਕਸ਼ਨ ਕੀ ਹੈਗੀ ਕਿ ਇਹ ਸਪੇਅਰ ਪਾਰਟ ਕਿੰਨੀ ਦੇਰ ਲਈ ਚੱਲ ਜਾਏਗਾ, ਉਹਦੀ ਲਾਈਫ ਨੂੰ ਮੈਜ਼ਰ ਕੀਤਾ ਜਾਂਦਾ ਆ। ਸੋ ਇਹ ਐਕਸਪੀਰੀਅੰਸ ਬੇਸਡ ਵੀ ਹੈਗਾ ਆ ਕਿ ਕਿੰਨੀ ਲਾਈਫ ਆ। ਕਿਸੇ ਮਸ਼ੀਨ ਦੇ ਵਿੱਚ ਕੋਈ ਬੈਰਿੰਗ ਹੈਗਾ ਜਾਂ ਕੋਈ ਬੈਲਟ ਲੱਗੀ ਹੋਈ ਆ, ਉਹ ਕਿੰਨੀ ਦੇਰ ਚੱਲੇਗੀ, ਬੈਰਿੰਗ ਕਿੰਨੀ ਦੇਰ ਚੱਲੇਗਾ, ਉਹਦੀ ਲਾਈਫ ਨੂੰ ਆਪਾਂ ਸਟੱਡੀ ਕਰ ਦੇਣਾ। ਹੁਣ ਉਹ ਜਿੰਨੀ ਦੇਰ ਚੱਲੇਗਾ ਉਨੀ ਦੇਰ ਹੀ ਉਹਨੂੰ ਆਪਾਂ ਚਲਾਉਣਾ ਆ। ਉਹ ਚਾਹੇ ਖਰਾਬ ਹੋਇਆ ਹੋਵੇ ਚਾਹੇ ਨਾ ਹੋਇਆ ਹੋਵੇ, ਪਰ ਜਦੋਂ ਵੀ ਉਹਦਾ ਟਾਈਮ ਪੀਰੀਅਡ ਖਤਮ ਹੋ ਜਾਂਦਾ ਹੈ ਉਦੋਂ ਉਹ ਨਵਾਂ ਫਿੱਟ ਹੋ ਜਾਏਗਾ, ਪੁਰਾਣਾ ਨੂੰ ਆਪਾਂ ਵਿੱਚੋਂ ਕੱਢ ਦੇਵਾਂਗੇ। ਇਹਦੇ ਨਾਲ ਕੀ ਹੋਏਗਾ? ਮਸ਼ੀਨ ਜੇ ਆਪਾਂ ਚੇਂਜ ਨਹੀਂ ਕਰਦੇ ਇਦਾਂ ਦੇ ਕੰਪੋਨੈਂਟਸ ਨੂੰ, ਜੇ ਮਸ਼ੀਨ ਚੱਲਦੀ ਪਈ ਆ, ਜਦੋਂ ਪ੍ਰੋਡਕਸ਼ਨ ਦਾ ਬਹੁਤ ਜ਼ਿਆਦਾ ਲੋਡ ਆ, ਇਦਾਂ ਦੇ ਪਾਰਟ ਦੀ ਜੇ ਫੇਲੀਅਰ ਹੋ ਗਿਆ ਤੇ ਉਹਦੇ 'ਚ ਵੱਡੀਆਂ ਮੇਨਟੇਨੈਂਸ ਕਰਨੀਆਂ ਪੈ ਜਾਂਦੀਆਂ, ਉਹਦੇ 'ਚ ਖਰਚੇ ਬਹੁਤ ਜ਼ਿਆਦਾ ਆ ਜਾਂਦੇ। ਖਰਚੇ ਕਿਵੇਂ ਆ ਜਾਂਦੇ ਆ? ਕਿਸੇ ਮਸ਼ੀਨ ਦਾ ਬੇਅਰਿੰਗ ਖਰਾਬ ਹੋ ਗਿਆ, ਹੁਣ ਅਸੀਂ ਖਰਾਬ ਬੇਅਰਿੰਗ ਦੇ ਨਾਲ ਹੀ ਮਸ਼ੀਨ ਨੂੰ ਇੱਕ ਦਿਨ ਚਲਾ ਲਿਆ ਜਾਂ ਥੋੜੇ ਸਮੇਂ ਲਈ ਚਲਾ ਲਿਆ, ਉਹਦੇ ਨਾਲ ਕੀ ਹੋਊਗਾ? ਜਿਹੜੀ ਉਸ ਬੇਅਰਿੰਗ ਦਾ ਹਾਊਸਿੰਗ ਆ ਉਹ ਡੈਮੇਜ ਹੋਣ ਦੇ ਚਾਂਸਿਸ ਆ। ਜਿਹੜੀ ਸ਼ਾਫਟ ਦੇ ਉੱਪਰ ਉਹ ਬੇਅਰਿੰਗ ਫਿੱਟ ਆ, ਉਹ ਸ਼ਾਫਟ ਵੀ ਡੈਮੇਜ ਹੋਣ ਦੇ ਚਾਂਸਿਸ ਆ। ਇਹਦੇ ਨਾਲ ਕੀ ਹੋਏਗਾ? ਇੱਕ ਤਾਂ ਸਾਡੇ ਹਾਊਸਿੰਗ ਚੇਂਜ ਕਰਨੀ ਪੈ ਗਈ, ਸ਼ਾਫਟ ਚੇਂਜ ਕਰਨੀ ਪੈ ਗਈ, ਜਾਂ ਹੋ ਸਕਦਾ ਕੋਈ ਹੋਰ ਕੰਪੋਨੈਂਟ ਖਰਾਬ ਹੋ ਗਿਆ ਹੋਵੇ, ਉਹ ਵੀ ਚੇਂਜ ਕਰਨਾ ਪੈ ਗਿਆ। ਇਹਦੇ ਨਾਲ ਖਰਚਾ ਵੀ ਵੱਧ ਜਾਂਦਾ। ਜੇ ਖਰਚਾ ਵੱਧ ਜਾਊਗਾ, ਹੁਣ ਟਾਈਮ ਵੀ ਵੱਧ ਗਿਆ, ਕਿਉਂਕਿ ਇਹਦੇ 'ਚ ਸ਼ਾਫਟ ਵੀ ਚੇਂਜ ਕਰਨੀ ਪੈ ਗਈ, ਹਾਊਸਿੰਗ ਵੀ, ਜਾਂ ਉਹਨੂੰ ਰਿਪੇਅਰ ਕਰਨਾ ਪਊਗਾ ਜਾਂ ਆਪਾਂ ਨੂੰ ਨਵਾਂ ਲਾਣਾ ਪਊਗਾ, ਸ਼ਾਫਟ ਵੀ ਜਾਂ ਬਦਲਣੀ ਪਊਗੀ ਜਾਂ ਆਪਾਂ ਨੂੰ ਰਿਪੇਅਰ ਕਰਨੀ ਪਏਗੀ। ਸੋ ਇਹਦੇ 'ਚ ਖਰਚੇ ਵੱਧ ਗਏ। ਪ੍ਰੋਡਕਟਿਵ ਮੇਨਟੇਨੈਂਸ ਦੇ ਵਿੱਚ ਲਾਈਫ ਦੀ, ਜਿਹੜੇ ਕੰਪੋਨੈਂਟਸ ਨੇ ਉਹਨਾਂ ਦੀ ਲਾਈਫ ਨੂੰ ਸਟੱਡੀ ਕਰਕੇ ਉਨੀ ਦੇਰ ਬਾਅਦ ਆਪਾਂ ਉਹਨਾਂ ਨੂੰ ਚੇਂਜ ਕਰਨਾ ਹੁੰਦਾ ਹੈ। ਔਰ ਇਹਦੇ ਵਿੱਚ ਲੈ ਕੇ ਆਪਾਂ ਕਨਸੈਪਟ ਇਹ ਚੱਲਦੇ ਹਾਂ ਕਿ ਉਹ ਪਾਰਟ, ਜਿੰਨੀ ਕਿਸੇ ਕੰਪੋਨੈਂਟ ਦੀ ਲਾਈਫ ਹੈਗੀ ਆ, ਉਹਨੂੰ ਜਿੰਨਾ ਅਸੀਂ ਸਟੱਡੀ ਕਰ ਲਿਆ, ਜਿੰਨਾ ਅਸੀਂ ਡਿਸਾਈਡ ਕਰ ਲਿਆ ਜਿੰਨੀ ਦੇਰ ਬਾਅਦ ਉਹ ਪਾਰਟ ਨੂੰ ਚੇਂਜ ਕਰਨਾ, ਉਨੀ ਦੇਰ ਬਾਅਦ ਉਹ ਪਾਰਟ ਚੇਂਜ ਹੋਣਾ ਹੀ ਹੋਣਾ। ਇਹ ਪ੍ਰੋਡਕਟਿਵ ਮੇਨਟੇਨੈਂਸ ਆ। ਹੁਣ ਅਸੀਂ ਟੋਟਲ ਪ੍ਰੋਡਕਟਿਵ ਮੇਨਟੇਨੈਂਸ ਨੂੰ ਪੜ੍ਹ ਲਿਆ ਚੰਗੀ ਤਰ੍ਹਾਂ। ਹੁਣ ਅਸੀਂ ਦੇਖਦੇ ਹਾਂ ਵੀ ਜੇ ਆਪਾਂ ਇੰਡਸਟਰੀ ਦੇ ਵਿੱਚ ਇਹਨੂੰ ਅਪਲਾਈ ਕਰਦੇ ਹਾਂ ਤਾਂ ਉਹਦੇ ਬੈਨੀਫਿਟ ਕਿਹੜੇ ਹੋਣਗੇ। ਸਭ ਤੋਂ ਪਹਿਲਾਂ ਤਾਂ ਇਨਕਰੀਜ਼ਡ ਇਕਵਿਪਮੈਂਟ ਪ੍ਰੋਡਕਟਿਵਿਟੀ। ਓਬਵੀਅਸ ਹੈਗਾ ਕਿ ਆਪਰੇਟਰ ਬੜੇ ਓਨਰਸ਼ਿਪ ਨਾਲ ਕੰਮ ਕਰਦਾ ਪਿਆ, ਉਹਦੇ ਨਾਲ ਪ੍ਰੋਡਕਟਿਵਿਟੀ ਇਨਕਰੀਜ਼ ਹੋਏਗੀ। ਇੰਪਰੂਵਡ ਇਕਵਿਪਮੈਂਟ ਰਿਲਾਇਬਿਲਿਟੀ। ਓਬਵੀਅਸ ਹੈਗਾ ਕਿ ਬਾਰ-ਬਾਰ ਮਸ਼ੀਨ ਦੇ ਵਿੱਚ ਬ੍ਰੇਕਡਾਊਨ ਨਹੀਂ ਆਉਂਦੀ, ਕਿਉਂਕਿ ਆਪਾਂ ਉਹਦੀ ਪ੍ਰੀਵੈਂਟਿਵ ਮੇਨਟੇਨੈਂਸ ਵੀ ਕਰਦੇ ਪਏ ਹਾਂ, ਪ੍ਰੈਡਿਕਟਿਵ ਮੇਨਟੇਨੈਂਸ ਵੀ ਕਰ ਰਹੇ ਹਾਂ, ਇਸ ਲਈ ਉਹ ਮਸ਼ੀਨ ਜਿਹੜੀ ਹੈ ਰਿਲਾਇਬਲ ਹੋ ਜਾਏਗੀ। ਇਕਵਿਪਮੈਂਟ ਦਾ ਡਾਊਨ ਟਾਈਮ ਰਿਡਿਊਸ ਹੋਏਗਾ, ਪਲਾਂਟ ਦੀ ਕਪੈਸਿਟੀ ਵਧੇਗੀ, ਮਸ਼ੀਨ ਲਾਈਨ ਐਕਸਟੈਂਡ ਹੋਏਗੀ, ਲੋਅਰ ਮੇਨਟੇਨੈਂਸ ਐਂਡ ਪ੍ਰੋਡਕਸ਼ਨ ਕਾਸਟ ਵੀ ਲੋਅਰ ਹੋਏਗੀ, ਔਰ ਮੇਨਟੇਨੈਂਸ
ਦੇ ਖਰਚੇ ਵੀ ਘਟਣਗੇ ਕਿਉਂਕਿ ਅਸੀਂ ਉਹਦੇ 'ਚ ਟਾਈਮਲੀ ਮੇਨਟੇਨੈਂਸ ਕਰਕੇ ਸਪੇਅਰ ਪਾਰਟਸ ਨੂੰ ਚੇਂਜ ਕਰਦੇ ਪਏ ਹਾਂ। ਜ਼ੀਰੋ ਇਕੁਇਪਮੈਂਟ ਕੋਸਟ ਡਿਫੈਕਟ ਹੋਏਗਾ। ਇੰਪਰੂਵਡ ਟੀਮ ਵਰਕ ਬਿਟਵੀਨ ਆਪਰੇਟਰਸ ਐਂਡ ਮੇਨਟੇਨੈਂਸ ਪੀਪਲ। ਜਿਹੜੇ ਆਪਰੇਟਰਸ ਹੈਗੇ ਆ ਤੇ ਮੇਨਟੇਨੈਂਸ ਪੀਪਲ ਹੈਗੇ ਆ ਉਹਨਾਂ ਦੇ ਵਿੱਚ ਵੀ ਇੱਕ ਟੀਮ ਵਰਕ ਹੋਏਗਾ ਕਿਉਂਕਿ ਆਪਰੇਟਰ ਇਹ ਸੋਚ ਕੇ ਚੱਲਦਾ ਪਿਆ ਵੀ ਇਹ ਮੇਰੀ ਮਸ਼ੀਨ ਹੈਗੀ ਹੈ, ਇਹਨੂੰ ਠੀਕ ਕਰਾਉਣਾ ਮੇਰੀ ਜ਼ਿੰਮੇਵਾਰੀ ਹੈਗੀ ਆ। ਇਸ ਕਰਕੇ ਉਹ ਇੱਕ ਕੁਆਡਰਲੀ ਕੰਮ ਕਰੂਗਾ ਮੇਨਟੇਨੈਂਸ ਪੀਪਲ ਦੇ ਨਾਲ। ਉਹਨਾਂ ਦੇ ਵਿੱਚ ਇੱਕ ਟੀਮ ਵਰਕ ਇੰਪਰੂਵ ਹੋਏਗਾ। ਇਨਹਾਂਸਡ ਜੌਬ ਸੈਟਿਸਫੈਕਸ਼ਨ ਕਿਉਂਕਿ ਮਸ਼ੀਨ ਠੀਕ ਚੱਲਦੀ ਪਈ ਆ, ਪ੍ਰੋਡਕਸ਼ਨ ਵਧੀਆ ਆ ਰਹੀ ਆ, ਕੁਆਲਿਟੀ ਵਧੀਆ ਆ ਰਹੀ ਆ, ਪ੍ਰੋਡਕਟਿਵਿਟੀ ਇਨਕਰੀਜ਼ ਹੋ ਗਈ। ਜਿਹੜਾ ਆਪਰੇਟਰ ਉੱਥੇ ਕੰਮ ਕਰਦਾ ਪਿਆ, ਜਿਹੜਾ ਇੰਜੀਨੀਅਰ ਸੁਪਰਵਾਈਜ਼ਰ ਉੱਥੇ ਕੰਮ ਕਰਦੇ ਪਏ ਆ, ਉਹਨਾਂ ਦੀ ਜੌਬ ਸੈਟਿਸਫੈਕਸ਼ਨ ਵੀ ਹੋਏਗੀ। ਇੰਪਰੂਵਡ ਰਿਟਰਨ ਔਨ ਇਨਵੈਸਟਮੈਂਟ। ਜਿਹੜੀ ਇਨਵੈਸਟਮੈਂਟ ਕੀਤੀ ਗਈ ਹੈ ਮਸ਼ੀਨ ਦੀ ਕਾਸਟ ਆ ਜਾਂ ਕੋਈ ਹੋਰ ਚੀਜ਼ਾਂ ਦੇ ਉੱਤੇ ਕਾਸਟ ਆਈ ਹੈ, ਕਿਉਂਕਿ ਮਸ਼ੀਨ ਵਧੀਆ ਚੱਲਦੀ ਪਈ ਆ, ਪ੍ਰੋਡਕਸ਼ਨ ਵਧੀਆ ਦੇ ਰਹੀ ਆ, ਸਾਨੂੰ ਪ੍ਰੋਫਿਟ ਆ ਰਿਹਾ ਹੈ, ਇਸ ਕਰਕੇ ਰਿਟਰਨ ਆਫ ਇਨਵੈਸਟਮੈਂਟ ਵੀ ਹੈਗੀ ਹੈ। ਇੰਪਰੂਵਡ ਸੇਫਟੀ ਕਿਉਂਕਿ ਚੱਲਦੀ ਹੋਈ ਮਸ਼ੀਨ ਬ੍ਰੇਕਡਾਊਨ ਨਹੀਂ ਹੁੰਦੀ ਪਈ, ਕੋਈ ਐਕਸੀਡੈਂਟ ਦੇ ਕਾਜ਼ਿਜ਼ ਨਹੀਂ ਇੱਦਾਂ ਦੇ ਬਣਦੇ ਪਏ। ਨਹੀਂ ਤਾਂ ਕਈ ਵਾਰੀ ਮਸ਼ੀਨ ਚੱਲਦੀ ਪਈ, ਆਪਾਂ ਮੇਨਟੇਨੈਂਸ ਨਹੀਂ ਕੀਤੇ, ਕੋਈ ਵੀ ਕਿਸੇ ਵੀ ਤਰ੍ਹਾਂ ਦਾ ਐਕਸੀਡੈਂਟ ਹੋ ਸਕਦਾ, ਆਪਰੇਟਰ ਨੂੰ ਸੱਟ ਪੇਟ ਲੱਗ ਸਕਦੀ ਹੈ। ਇੱਦਾਂ ਦੇ ਜਿਹੜੇ ਅਸੀਂ ਮੇਨਟੇਨੈਂਸਿਸ ਜੇ ਕਰਦੇ ਰਹਿੰਦੇ ਹਾਂ ਤੇ ਉੱਥੇ ਇੰਪਰੂਵਡ ਸੇਫਟੀ ਹੋਏਗੀ, ਸੇਫਟੀ ਵੀ ਵਧੇਗੀ। ਇਹ ਸਾਰੇ ਬੈਨੀਫਿਟਸ ਸੀਗੇ TPM ਦੇ। ਮੈਨੂੰ ਆਸ ਹੈ ਕਿ ਤੁਹਾਨੂੰ ਇਹ ਜਿਹੜਾ ਟੌਪਿਕ ਹੈਗਾ ਬਹੁਤ ਚੰਗੀ ਤਰ੍ਹਾਂ ਕਲੀਅਰ ਹੋ ਗਿਆ ਹੋਵੇਗਾ। ਥੈਂਕ ਯੂ ਵੈਰੀ ਮਚ।